अस्सलाम वालेकुम। अच्छा जी, घरां ਦੀਆਂ ਕੰਧਾਂ ਉੱਚੀਆਂ ਹੋ ਗਈਆਂ, ਮਰਨ ਜੀਣ ਮੁੱਕ ਗਿਆ। ਕਿਸੇ ਨੂੰ ਨਹੀਂ ਪਤਾ ਸਾਡੇ ਆਂਢ ਗੁਆਂਢ ਕੀ ਹੁੰਦਾ ਪਿਆ ਵਾ। ਕਿਸੇ ਨੇ ਰਾਤ ਦੀ ਰੋਟੀ ਖਾਧੀ ਆ, ਕਿਸੇ ਦਾ ਸਵੇਰੇ ਚੁੱਲ੍ਹਾ ਬਲਿਆ ਵਾ ਨਹੀਂ ਬਲਿਆ। ਕਿਸੇ ਨੂੰ ਇਸ ਗੱਲ ਦਾ ਹੁਣ ਅੰਦਾਜ਼ਾ ਹੀ ਨਹੀਂ ਰਹਿ ਗਿਆ। ਪਹਿਲੇ ਤਾਂ ਅਸੀਂ ਇਹ ਗੱਲਾਂ ਸ਼ਹਿਰਾਂ ਦੇ ਵਿੱਚ ਕਲੋਨੀਆਂ ਦੇ ਵਿੱਚ ਦੇਖਦੇ ਹੁੰਦੇ ਸੀ, ਲੇਕਿਨ ਹੁਣ ਪਿੰਡਾਂ ਦੇ ਵਿੱਚ ਵੀ ਇਹੀ ਹਾਲਾਤ ਪੈਦਾ ਹੋ ਗਏ ਆ। ਥਾਣਾ ਚੱਕ ਝੁਮਰਾ ਦੇ ਇਲਾਕੇ ਦੇ ਵਿੱਚ ਇੱਕ ਅਫਸੋਸਨਾਕ ਵਾਕਿਆ ਪੇਸ਼ ਆਇਆ, ਜਿੱਥੇ 60 ਸਾਲਾਂ ਦੇ ਅਫਜ਼ਲ ਨੇ ਮੱਝਾਂ ਰੱਖੀਆਂ ਹੋਈਆਂ ਸੀਗੀਆਂ ਪਿੰਡ ਦੇ ਵਿੱਚ, ਤੇ ਨਾਲ ਦਿਆਂ ਦਾ ਭਾਈ ਅਰਸ਼ਦ ਜਿਹੜਾ ਨਾ, ਆਪਣੀ ਛੱਤ ਦੇ ਉੱਤੇ ਜਦੋਂ ਕਬੂਤਰਾਂ ਨੂੰ ਦਾਣਾ ਪਾਣ ਜਾਂਦਾ ਸੀ ਨਾ, ਆਪਣੀ ਛੱਤ 'ਤੇ ਖਲੋ ਕੇ ਮੱਝਾਂ ਨੂੰ ਦੇਖਦਾ ਸੀਗਾ ਤੇ ਉਹਦੇ ਮੂੰਹ ਦੇ ਵਿੱਚੋਂ ਪਾਣੀ ਆਉਂਦਾ ਸੀ। ਖੈਰ ਜੀ, ਇੱਕ ਦਿਨ ਅਰਸ਼ਦ ਨੇ ਫੈਸਲਾ ਕੀਤਾ ਕਿ ਇਹ ਜਿਹੜਾ ਬਾਬਾ ਨਾ 60 ਸਾਲਾਂ ਦਾ ਅਫਜ਼ਲ, ਇਹਨੂੰ ਇਸ ਦੁਨੀਆ ਤੋਂ ਮੁਕਾ ਦਿੱਤਾ ਜਾਵੇ ਤੇ ਇਹ ਮੱਝਾਂ ਸਾਰੀਆਂ ਦੀਆਂ ਸਾਰੀਆਂ ਮੇਰੇ ਕੋਲ ਆ ਜਾਣ। ਜਿਹੜਾ ਅਰਸ਼ਦ ਆ ਨਾ, ਇਹਨੇ 10 ਸਾਲ ਪਹਿਲੇ ਆਪਣੀ ਬੁੱਢੀ ਨੂੰ ਤਲਾਕ ਦਿੱਤੀ ਹੋਈ ਸੀ। ਇਹਦੇ ਭਰਾ ਇਹਨੂੰ ਘਰ ਨਹੀਂ ਵੜਨ ਦਿੰਦੇ ਸੀ। ਹਾਲਾਂਕਿ ਭਰਾਵਾਂ ਦੀ ਕੰਧ ਨਾਲ ਕੰਧ ਸਾਂਝੀ ਸੀ, ਲੇਕਿਨ ਭਰਾ ਵੀ ਇਹਦੀਆਂ ਹਰਕਤਾਂ, ਇਹਦੀਆਂ ਕਰਤੂਤਾਂ, ਇਹਦੀ ਬਦਨੀਤੀ ਵੇਖ ਕੇ ਇਹਨੂੰ ਆਪਣੇ ਘਰ ਨਹੀਂ ਵੜਨ ਦਿੰਦੇ ਸੀਗੇ। ਖੈਰ, ਇਹਨੇ ਕਿਹਾ ਭਰਾ ਤਾਂ ਘਰ ਨਹੀਂ ਵੜਨ ਦਿੰਦੇ ਤੇ ਅਫਜ਼ਲ ਦੀ ਹਵੇਲੀ ਚੱਲਦੇ ਆ। ਅਫਜ਼ਲ ਕੋ ਜਾ ਕੇ ਗੱਪਾਂ ਗੁੱਪਾਂ ਮਾਰੀਆਂ, ਕਿਤੇ ਉਹਦੇ ਕੋ ਦੁੱਧ ਦਾ ਘੁੱਟ ਪੀ ਲਿਆ, ਕੋਈ ਡੋਕੇ ਕਦੀ ਚੁੰਗ ਲਏ। ਖੈਰ ਜੀ, ਅਖੀਰ ਉਹਨੇ ਕਿਹਾ ਇਸ ਬਾਬੇ ਨੂੰ ਖ਼ਤਮ ਕਰਕੇ ਦੁੱਧ ਵੀ ਆਪਣਾ ਹੋ ਜਾਏਗਾ, ਮੱਝਾਂ ਵੀ ਆਪਣੀਆਂ ਹੋ ਜਾਣਗੀਆਂ, ਡੋਕੇ ਵੀ ਆਪਣੇ ਹੋ ਜਾਣਗੇ। ਖੈਰ ਜੀ, ਅਫਜ਼ਲ ਨੂੰ ਆਪਣੇ ਘਰ ਬੁਲਾ ਕੇ ਸੋਟੇ ਮਾਰ ਮਾਰ ਕੇ ਜਾਨੋਂ ਹੀ ਮਾਰਤਾ। ਫਿਰ ਮਾਰ ਕੇ ਤੁਸੀਂ ਇਹਦੀ ਹੈਰਾਨਗੀ ਦੀ ਗੱਲ ਸੁਣੋ, ਘਰ ਦੇ ਵਿੱਚ ਜਿਹੜੀ ਇੱਕ ਇਹਦੇ ਦਾਜ ਦੇ ਵਿੱਚ ਪੇਟੀ ਆਈ ਆ, ਉਹੀ ਇਕੱਲੀ ਪਈ ਸੀ। ਉਹਦੀ ਲਾਸ਼ ਪੇਟੀ ਦੇ ਵਿੱਚ ਰੱਖੀ, ਪੇਟੀ ਚੱਕੀ ਗੈਲਰੀ ਦੇ ਵਿੱਚ ਰੱਖੀ ਤੇ ਬਾਹਰ ਆ ਕੇ ਮੱਝਾਂ ਖੋਲੀਆਂ। ਮੱਝਾਂ ਖੋਲ ਕੇ ਨਾਲ ਦੇ ਪਿੰਡ ਬੰਨ ਆਇਆ। ਉਹਨਾਂ ਨੂੰ ਕਹਿੰਦਾ ਜੀ, ਮੈਂ ਬਾਬੇ ਅਫਜ਼ਲ ਕੋਲੋਂ ਇਹ ਮੱਝਾਂ 3 ਲੱਖ ਰੁਪਏ ਦੇ ਵਿੱਚ ਮੁੱਲ ਲੈ ਲਈਆਂ ਵਾ। ਖੈਰ ਜੀ, ਜਦੋਂ ਬਾਬੇ ਆਪਣਾ ਲੱਭਦੇ ਲੱਭਦੇ ਉਹਦੇ ਘਰ ਵਾਲੇ ਪਹੁੰਚੇ, ਬਾਬੇ ਦੇ ਅਗਵਾ ਦਾ ਮੁਕੱਦਮਾ ਜਿਹੜਾ ਨਾ, ਉਹ ਥਾਣਾ ਚੱਕ ਝੁਮਰਾ ਦੇ ਵਿੱਚ ਦਰਜ ਹੋ ਗਿਆ। ਪੁਲਿਸ ਨੇ ਬਾਬੇ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਜਦੋਂ ਪੁਲਿਸ ਨੂੰ ਪਤਾ ਲੱਗਾ ਕਿ 3 ਲੱਖ ਦੇ ਵਿੱਚ ਸਾਰੀਆਂ ਹੀ ਮੱਝਾਂ ਬਾਬਾ ਵੇਚ ਗਿਆ ਸੀਗਾ, ਦਾਲ ਦੇ ਵਿੱਚ ਕੁਛ ਤਾਂ ਕਾਲਾ ਹੈ ਵਾ। ਅਰਸ਼ਦ ਨੂੰ ਫੜ ਕੇ ਜਦੋਂ ਤਫਤੀਸ਼ ਕੀਤੀ, ਤਫਤੀਸ਼ ਦੇ ਨਾਲ ਥੋੜਾ ਜਿਹਾ ਕੋਈ ਪੰਜਾ ਫਿੱਟ ਕੀਤਾ, ਜਿਹਨੂੰ ਅਸੀਂ ਰਵਾਇਤੀ ਤਫਤੀਸ਼ ਕਹਿੰਦੇ ਆ, ਜਿਹੜੀ ਅਸਲ ਤਫਤੀਸ਼ ਹੁੰਦੀ ਆ, ਉਹ ਕੀਤੀ ਤੇ ਇਹਨੇ ਸਾਰਾ ਕੁਝ ਦੱਸਤਾ ਕਿ ਮੈਂ ਮੱਝਾਂ ਦੀ ਲਾਲਚ ਦੇ ਵਿੱਚ ਆ ਕੇ ਇਸ ਭਾਈ ਨੂੰ ਆਪਣੇ ਘਰ ਬੁਲਾਇਆ, ਘਰ ਬੁਲਾ ਕੇ ਮਾਰ ਦਿੱਤਾ। ਗੈਲਰੀ ਦੇ ਵਿੱਚੋਂ ਪੇਟੀ ਕੱਢੀ, ਪੇਟੀ ਤੋਂ ਜੋ ਲਾਸ਼ ਨਿਕਲ ਆਈ, ਲਵਾਹਿਕੀਨ ਦੇ ਹਵਾਲੇ ਕੀਤੀ, ਇਹਨੂੰ ਹਵਾਲਾਤ ਦੇ ਵਿੱਚ ਬੰਦ ਕੀਤਾ। ਫਿਰ ਪੁਲਿਸ ਨੇ ਅੱਗੇ ਸਟੋਰੀ ਦੀ ਦੱਸੀ ਤੇ ਉਹ ਸਾਰੀ ਦੀ ਸਾਰੀ ਹੈਰਾਨ ਕੋਨਾ ਕਿ ਇਹ ਜਿਹੜਾ ਭਾਈ ਅਰਸ਼ਦ ਆ, ਇਹਨੇ ਜਨਾਬ ਘਰ ਕੁੱਤੇ, ਬਿੱਲੀਆਂ, ਖਰਗੋਸ਼, ਕਬੂਤਰ, ਚਿੜੀਆਂ, ਤੋਤੇ, ਇੱਦਾਂ ਦੀਆਂ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਵਾ। ਘਰੋਂ ਇੰਨੀ ਕੁ ਬੋ ਆਉਂਦੀ ਆ ਕਿ ਉਸ ਲਾਸ਼ ਦੀ ਬੋ ਬਾਅਦ 'ਚ ਬਾਹਰ ਨਿਕਲਣੀ ਸੀਗੀ। ਇਹਦੇ ਪਹਿਲੇ ਘਰ ਦੀ, ਇਹਦੇ ਅੰਦਰ ਦੀ ਬੋ ਇੰਨੀ ਜ਼ਿਆਦਾ ਸੀਗੀ ਕਿ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਡੇ ਗਵਾਂਢ ਕੀ ਹੁੰਦਾ ਪਿਆ ਵਾ। ਲਿਹਾਜ਼ਾ ਮੈਂ ਫਿਰ ਤੁਹਾਨੂੰ ਐਂਡ 'ਤੇ ਕਹਾਂਗਾ ਕਿ ਸਾਡੇ ਮੁਆਸ਼ਰੇ ਦਾ, ਸਾਡੇ ਪੰਜਾਬੀ ਹੋਣ ਦਾ ਇਹ ਤਕਾਜ਼ਾ ਵਾ ਕਿ ਸਾਨੂੰ ਆਪਣੇ ਆਂਢ ਗੁਆਂਢ ਜਿਹੜੀ ਆ ਨਾ, ਉਹ ਲਾਜ਼ਮੀ ਨਜ਼ਰ ਰੱਖਣੀ ਚਾਹੀਦੀ ਆ ਕਿ ਸਾਡੇ ਆਂਢ ਗੁਆਂਢ ਹੁੰਦਾ ਕੀ ਪਿਆ ਵਾ। ਖੁਦਾ ਨਾ ਖਾਸਤਾ ਕੋਈ ਇਸ ਤਰ੍ਹਾਂ ਦਾ ਮਾਰ ਕੇ ਪੇਟੀ ਦੇ ਵਿੱਚ ਤਾਂ ਨਹੀਂ ਰੱਖਿਆ ਹੋਇਆ, ਕਿਸੇ ਨੇ ਰੋਟੀ ਖਾਧੀ ਆ, ਕਿਸੇ ਦਾ ਚੁੱਲ੍ਹਾ ਬਲਿਆ ਵਾ। ਇਹ ਸਾਰੀਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਆ, ਕਿਉਂਕਿ ਅਗਰ ਕੋਈ ਗਵਾਂਢੀ ਕਿਸੇ ਦਾ ਭੁੱਖਾ ਸੋਏਗਾ, ਤੁਹਾਡੇ ਘਰ ਦੇ ਵਿੱਚ ਰੋਟੀ ਵੀ ਪਈ ਆ, ਆਟਾ ਵੀ ਪਿਆ ਵਾ, ਤੇ ਇਹਦਾ ਤੁਸੀਂ ਦੇਣਦਾਰ ਹੋਵੋਗੇ। ਬਹੁਤ ਸ਼ੁਕਰੀਆ।